ने और पार्टी ने लीडरशिप ने लाई है ਉਹਨੂੰ ईमानदारी नाल निभाउण दी आपां गल करिए। मैनूं तुसीं ਇਹ सवाल करने की बजाय ये गाइड कराया करो, दस्या करो भी अमन क्योंकि तो महकमा थोड़ा मेरे को है अच्छा अमन इत्थे आ कमी है भाई इहनूं ठीक कर, मैनूं वो दस्या करोगे तो मैनूं ज़्यादा खुशी होगी। अमन जी एक छोटा जिहा सवाल, लोगों की मस्खरियां की तुसीं गल कर रहे सीगे, संगरूर विच बड़ी तगड़ी मस्खरी करके लोग, देखो इस तरह होंदा है कि मैं तुहाडी गल दे नाल कुछ हद तक सहमत हाँ, पर हरेक इलैक्शन है जिहड़ी ਉਹ ਡਿਫਰੈਂਟ ਹੁੰਦੀ ਹੈ, ਉਹਦੇ ਡਾਇਨਾਮਿਕਸ ਨੇ ਜਿਹੜੇ ਉਹ ਡਿਫਰੈਂਟ ਹੁੰਦੇ ਨੇ। ਨੋ ਡਾਊਟ ਉੱਥੇ ਸਾਡੀ ਥੋੜੇ ਜਿਹੇ ਮਾਰਜਨ ਦੇ ਉੱਪਰ ਹਾਰ ਹੋਈ ਹੈ, ਹਾਰ ਹੁੰਦੀ ਹੈ, ਮੈਂ ਇਹ ਵੀ ਮੰਨਦਾ, ਔਰ ਲੋਕਾਂ ਦਾ ਜਿਹੜਾ ਮੈਂਡੇਟ ਹੈ ਅਸੀਂ ਉਹਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ। ਬਟ ਦੈਟ ਡਜ਼ ਨਾਟ ਮੀਨ ਕਿ ਉੱਥੇ ਜੀ ਆਮ ਆਦਮੀ ਪਾਰਟੀ ਹੁਣ ਖਤਮ ਹੋ ਗਈ। ਅਮਨ ਅਰੋੜਾ ਦੇ ਹਲਕੇ ਤੋਂ ਤਾਂ ਲੀਡ ਮਿਲੀ ਹੈ। देखो अमन अरोड़ा का कला हल्का की करूगा जी, वो तो चलो जो एक ओवरऑल जो थोड़ा जिहा 5-7 हज़ार का मार्जन रह गया, दैट्स ए सैपरेट इशू। मेरे कहने का मतलब यह है, मैं एक एग्जाम्पल तुहानूं होर दूंगा। अज तो 5 साल पहला यूपी दे विच जदों योगी आदित्यनाथ मुख मंत्री बने यूपी दे जी, ते उन्हां दी आप दी जिथों 5 वारी MP रह चुके सीगे गोरखपुर, उत्थों CM बनने तो 3 महीने बाद ही हार गए। सो डू यू मीन कि अज यूपी दे विचों योगी आदित्यनाथ या BJP खत्म हो गए? नहीं। सो मेरे कहने का मतलब ये है कि यह चीज़ां हरेक पॉलिटिक इलैक्शन के डायनामिक्स डिफरेंट होंदे ने। हाँ सानू भी ये विचों बहुत कुछ सीखण नूं मिलिया ते सीखांगे, पर एक पासे जदों तुहाडे मीडिया के साथी मेरे को गए जिस दिन पोलिंग हो रही सी जी जी, इंटरस्टिंग काम यह होया कि उत्थे 2 बूथ लगे सी, साडे खेड़ी पिंड है मेरे हल्के च, एक साडा बूथ सीगा ते दूजे पासे BJP का सिमरनजीत मान जी का, अकाली दल का ते कांग्रेस का ਉਹ ਕਾਮਨ ਬੂਥ ਸੀਗਾ। ਹੁਣ ਜਦੋਂ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਇਸ ਕੰਮ ਦੇ ਵਿੱਚ ਪਈਆਂ ਹੋਣ ਕਿ ਸਾਡਾ ਕੁਝ ਵਟਿਆ ਜਾਵੇ ਨਾ ਵਟਿਆ ਜਾਵੇ, ਆਪਾਂ ਝਾੜੂ ਵਾਲਿਆਂ ਨੂੰ ਹਰਾ ਦਿਓ, ਤੇ ਫਿਰ ਇਹੋ ਜਿਹਾ ਹੋ ਵੀ ਜਾਂਦਾ ਹੁੰਦਾ। ਤੇ ਕਾਂਗਰਸ, ਮੈਂ ਉਸ ਦਿਨ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਸਦਕੇ ਜਾਈਏ ਇਹ ਜੀ ਕਾਂਗਰਸ ਪਾਰਟੀ ਦੇ 125 ਸਾਲ ਪੁਰਾਣੀ ਕਾਂਗਰਸ ਪਾਰਟੀ ਜਿਹੜੀ ਇਹ ਖੁਸ਼ੀਆਂ ਮਨਾ ਰਹੀ ਆਪਦੀ ਜ਼ਮਾਨਤ ਜ਼ਬਤ ਕਰਾ ਕੇ ਕਿ ਜੇ ਆਮ ਆਦਮੀ ਪਾਰਟੀ 5000 ਤੇ ਹਾਰ ਗਈ। ਸੋ ਇਸ ਕਰਕੇ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਨੇ ਜੀ। ਇਹ ਕੋਈ ਚਲੋ ਮਹਿਕਮੇ ਤੇ ਆ ਜਾਂਦੇ ਹੁਣ ਆਪਾਂ। ਅਰਬਨ ਡਿਵੈਲਪਮੈਂਟ ਚੈਲੰਜ ਹੈ ਜਾਂ ਓਪਰਚੁਨਿਟੀ ਹੈ? ਜਿੱਥੇ ਚੈਲੰਜਸ ਹੁੰਦੇ ਨੇ ਓਪਰਚੁਨਿਟੀਜ਼ ਵੀ ਉੱਥੇ ਹੁੰਦੀਆਂ ਨੇ। ਤੁਹਾਡੇ ਲਈ ਕੀ ਹੈ, ਚੈਲੰਜ ਹੈ ਜਾਂ ਓਪਰਚੁਨਿਟੀ ਹੈ ਸਾਹਮਣੇ? ਮੈਂ ਤੁਹਾਨੂੰ ਇੱਕੋ ਗੱਲ 'ਚ ਜਵਾਬ, ਕਿਉਂਕਿ ਓਪਰਚੁਨਿਟੀ ਪੋਲੀਟੀਕਲ ਓਪਰਚੁਨਿਟੀ ਵੀ ਹੈਗੀ ਹੈ। ਇਸ ਤੋਂ ਪਹਿਲਾਂ ਤੱਕ ਬਹੁਤੇ ਲੀਡਰ ਅਜਿਹੇ ਰਹੇ ਨੇ ਜਿਨ੍ਹਾਂ ਨੇ ਕਲੋਨੀਆਂ ਵੀ ਕੱਟ ਲੀਆਂ, ਜਿਨ੍ਹਾਂ ਨੇ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਵੀ ਦਬ ਲੀਆਂ, ਔਰ ਕੇਸਿਸ ਜਿਹੜਾ ਹੈਗਾ ਉਹ ਲੰਬੇ ਚੱਲਦੇ ਵੀ ਰਹੇ ਨੇ, ਇਲਜ਼ਾਮ ਵੀ ਕਈਆਂ ਤੇ ਲੱਗਦੇ ਰਹੇ ਨੇ। ਅਮਨ ਅਰੋੜਾ ਦੇ ਲਈ ਅਰਬਨ ਡਿਵੈਲਪਮੈਂਟ ਮਹਿਕਮੇ ਨੂੰ ਸਾਹਮਣਾ ਚੈਲੰਜ ਹੈ ਜਾਂ ਓਪਰਚੁਨਿਟੀ? ਮੈਂ ਇਹ ਮੰਨ ਕੇ ਚੱਲਦਾ ਕਿ ਜਿੱਥੇ ਚੈਲੰਜਸ ਹੁੰਦੇ ਨੇ ਉੱਥੇ ਹੀ ਓਪਰਚੁਨਿਟੀਜ਼ ਨਿਕਲਦੀਆਂ ਨੇ। ਔਰ ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਲੀਡਰਾਂ ਨੇ, ਮਿਨਿਸਟਰਾਂ ਨੇ ਕਲੋਨੀਆਂ ਕੱਟ ਲੀਆਂ, ਉਹਨਾਂ ਦੀਆਂ ਸਿਆਸੀ ਨਸਾਂ ਵੀ ਲੋਕਾਂ ਨੇ ਕੱਟ ਦਿੱਤੀਆਂ। ਠੀਕ, ਮੇਰੇ ਸਿਰਫ ਔਰ ਸਿਰਫ ਇੱਕ ਪ੍ਰਾਇੋਰਟੀ ਰਹੂਗੀ, ਇੱਕੋ ਟਾਰਗੇਟ ਰਹੂਗਾ ਕਿ ਜਿਹੜੇ ਡਿਪਾਰਟਮੈਂਟ, ਇੱਕ ਨਹੀਂ 3 ਡਿਪਾਰਟਮੈਂਟ ਜਿਹੜੇ ਸਾਡੀ ਲੀਡਰਸ਼ਿਪ ਨੇ, ਮਾਨ ਸਾਹਿਬ ਉਹਨਾਂ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਮੇਰੇ ਉੱਪਰ ਲਾਈ ਹੈ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਸਟੱਡੀ ਕਰਾਂਗੇ ਕਿ ਕੀ ਉਹਨਾਂ ਡਿਪਾਰਟਮੈਂਟਸ ਦੀਆਂ ਸਟਰੈਂਥਸ ਨੇ, ਕੀ ਵੀਕਨੈਸਿਸ ਨੇ, ਕੀ ਉਹਨਾਂ ਡਿਪਾਰਟਮੈਂਟਸ ਦੇ ਵਿੱਚ ਡੂਜ਼ ਔਰ ਡੋਂਟਸ ਨੇ, ਕੀ ਹੋਣਾ ਚਾਹੀਦਾ ਤੇ ਕੀ ਹੋਣਾ ਨਹੀਂ ਚਾਹੀਦਾ ਹੈਗਾ। ਤੇ ਉਹਦੇ ਮੁਤਾਬਕ ਜਿਹੜੀ ਸਟ੍ਰੈਟਜੀ ਹੈ ਜਿਹੜੀ ਉਹ CM ਸਾਹਿਬ ਨਾਲ ਡਿਸਕਸ ਕਰਕੇ ਉਹਦੇ ਮੁਤਾਬਕ ਪਲਾਨ ਹੈ ਜਿਹੜਾ ਹੋਏਗਾ। ਪਰ ਮੈਂ ਇਹ ਮੰਨ ਕੇ ਚੱਲਦਾ ਕਿ ਇਹਨਾਂ ਤਿੰਨੇ ਡਿਪਾਰਟਮੈਂਟਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਕੀਤਾ ਜਾ ਸਕਦਾ। ਸੁਧਾਰ ਦੀ ਬਹੁਤ ਵੱਡੇ ਪੱਧਰ ਦੇ ਉੱਪਰ ਲੋੜ ਹੈ। ਅਰਬਨ ਡਿਵੈਲਪਮੈਂਟ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਮੈਂ ਉਸ ਤੋਂ ਬਾਅਦ ਪਬਲਿਕ ਰਿਲੇਸ਼ਨ ਵਾਲੇ ਪਾਸੇ ਜਾਊਂਗਾ। ਸਮਾਰਟ ਸਿਟੀਜ਼ ਕਨਸੈਪਟ ਤੁਹਾਨੂੰ ਲੱਗਦਾ ਕਿ ਉਸ ਦੇ ਉੱਪਰ ਫੋਕਸ, ਬੇਸ਼ੱਕ ਕੁਝ ਘੰਟੇ ਪਹਿਲਾਂ ਹੀ ਤੁਸੀਂ ਇਹ ਪੂਰਾ ਡਿਪਾਰਟਮੈਂਟ ਸੰਭਾਲਿਆ, ਪਰ ਅਰੋੜਾ ਸਾਹਿਬ ਤੁਸੀਂ ਆਲ ਓਵਰ ਪੰਜਾਬ ਘੁੰਮਦੇ ਰਹਿੰਦੇ, ਤੁਹਾਨੂੰ ਪਤਾ ਕਿ ਕੀ ਪ੍ਰੋਬਲਮਸ ਹੈਗੀਆਂ ਤੇ ਕੀ ਨਹੀਂ ਹੈਗੀਆਂ। ਅਰਬਨ ਡਿਵੈਲਪਮੈਂਟ ਇਸ ਪੂਰੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਵਿੱਚ ਜਾਂ ਜੋ ਟਾਊਨ ਜਾਂ ਫਿਰ ਸ਼ਹਿਰ ਅੰਡਰ ਆਉਂਦੇ ਨੇ, ਉੱਥੇ ਤੁਹਾਨੂੰ ਕੀ ਲੱਗਦਾ ਕਿ ਸਭ ਤੋਂ ਪਹਿਲਾਂ ਫੋਕਸ ਕਰਨ ਵਾਲੀ ਕੀ ਗੱਲ ਹੈ? ਇਨਫੈਕਟ ਤੁਹਾਡਾ ਖੁਦ ਦਾ ਵੀ ਸ਼ਹਿਰ ਹੈਗਾ, ਕਸਬਾ ਹੈਗਾ ਸੁਨਾਮ, ਕਿਵੇਂ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ ਇਸ ਤਰ੍ਹਾਂ ਕਿ ਬਹੁਤੀ ਡਿਟੇਲ ਦੇ ਵਿੱਚ ਤਾਂ ਮੈਂ ਤੁਹਾਨੂੰ ਜਿਵੇਂ ਤੁਹਾਨੂੰ ਕਿਹਾ ਕਿ ਮੈਂ 10-12-15 ਵਿੱਚ ਆਈਲ ਗੈਟ ਹੈਂਡਸ ਔਨ ਟੂ ਦ ਡਿਪਾਰਟਮੈਂਟਸ, ਮੈਂ ਤੁਹਾਨੂੰ ਫਿਰ ਦੱਸ ਸਕੂੰਗਾ। ਪਰ ਮੈਂ ਇਹ ਮੰਨ ਕੇ ਚੱਲਦਾ ਕਿ ਇਹਦੇ ਵਿੱਚ ਜਿਵੇਂ ਅਰਬਨ ਡਿਵੈਲਪਮੈਂਟ ਤੁਸੀਂ ਗੱਲ ਕੀਤੀ, ਬਹੁਤ ਵੱਡੇ ਪੱਧਰ ਦੇ ਉੱਪਰ ਕੰਮ ਹੋਣ ਵਾਲਾ ਹੈ। ਰੀਜ਼ਨ ਬੀਇੰਗ ਕਿ ਇੱਕ ਵਰਲਡ ਓਵਰ ਨੈਚੁਰਲ ਫਿਨੋਮੇਨਾ ਹੈ कि माइग्रेशन फ्रॉम रूरल टू अर्बन हो रही है, अर्बन टू मैट्रोज हो रही है, तो फिर उस तो अगे बाहर भी लोग जा रहे हैं। बिल्कुल ये जिमें जिमें प्रैशर्स है जिहड़ा वो सिटीज़ के उपर वो वध रहा है, जिहदी वजह करके बहुत वड्डे पद्धर के उपर काम करने की लोड़ है। इहदा एक प्रैशर वधन का रीज़न ये भी है कि क्योंकि जो रूरल एरिया सीगा
ਉਹਨਾਂ ਦੇ ਵਿੱਚ ਉਹ ਲੰਬੇ ਸਮੇਂ ਤੋਂ ਉਹ ਬੇਸਿਕ ਅਮੈਨਿਟੀਜ਼ ਨੇ ਜਿਹੜੀਆਂ ਉਹ ਨਹੀਂ ਮਿਲੀਆਂ ਹੈਗੀਆਂ ਲੋਕਾਂ ਨੂੰ, ਇਸੇ ਕਰਕੇ ਮੂਵਮੈਂਟ ਹੈ ਜਿਹੜੀ ਉਹ ਵਧੀ ਹੈ। ਸੋ ਇਸ ਕਰਕੇ ਕੰਮ ਬਹੁਤ ਕਰਨ ਵਾਲਾ ਹੈ ਔਰ ਉਹਦਾ ਐਗਜ਼ੈਕਟ ਬਲੂਪ੍ਰਿੰਟ ਹੈ ਜਿਹੜਾ ਤੁਹਾਨੂੰ ਮੈਂ ਜਿਵੇਂ ਕਿਹਾ ਕਿ ਅੱਜ ਹੀ ਹੁਣ ਘੰਟਾ ਪਹਿਲਾਂ ਅਲਾਟਮੈਂਟ ਹੋਈ ਹੈ, 10 12 15 ਦਿਨਾਂ ਦੇ ਵਿੱਚ ਜਿਹੜਾ ਉਹਦਾ ਬਲੂਪ੍ਰਿੰਟ ਹੈ ਡਿਪਾਰਟਮੈਂਟ ਦਾ ਤਿਆਰ ਹੋਏਗਾ, ਦੈਨ ਆਈ ਵਿਲ ਸ਼ੇਅਰ ਇਟ ਵਿਦ ਯੂ। ਮੈਂ ਥੋੜਾ ਜਿਹਾ ਹੋਰ ਡਿਟੇਲ ਕਰ ਲਾਂ। ਤੁਸੀਂ ਲਾਜ਼ਮੀ ਤੌਰ ਤੇ ਬਲੂਪ੍ਰਿੰਟ ਦਾ ਜ਼ਿਕਰ ਕਰ ਰਹੇ ਹੋ, ਤੁਸੀਂ ਮਾਈਗ੍ਰੈਂਟਸ ਦਾ ਜ਼ਿਕਰ ਕੀਤਾ। ਇਨਫੈਕਟ ਮੈਂ ਪੜ੍ਹ ਰਿਹਾ ਸੀ ਅਰਬਨ ਡਿਵੈਲਪਮੈਂਟ ਬਾਰੇ, ਔਰ ਪੰਜਾਬ ਉਹਨਾਂ ਸਟੇਟਸ ਦੇ ਵਿੱਚੋਂ ਇੱਕ ਹੈ ਦੇਸ਼ ਭਰ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਮਾਈਗ੍ਰੈਂਟਸ ਰੂਰਲ ਤੋਂ ਨਿਕਲ ਕੇ ਅਰਬਨ ਵਾਲੇ ਪਾਸੇ ਜਾ ਰਹੇ ਹਨ। ਤਾਂ ਫੋਕਸ ਕੀ ਹੁਣ ਇਹ ਰਹਿਣਾ ਚਾਹੀਦਾ ਕਿ ਜਿਹੜੇ ਸਾਡੇ ਵੱਡੇ ਸ਼ਹਿਰ ਹਨ, ਲੁਧਿਆਣਾ ਹੈ, ਅੰਮ੍ਰਿਤਸਰ ਹੈ, ਜਲੰਧਰ ਹੈ, ਪਟਿਆਲਾ ਹੈ, ਕਿ ਇਸ ਦੇ ਉੱਤੇ ਆਪਾਂ ਜ਼ਿਆਦਾ ਫੋਕਸ ਕਰ ਦਈਏ, ਜਾਂ ਫਿਰ ਕਿਉਂਕਿ ਇਹ ਵੀ ਜਿਹੜੇ ਬਹੁਤ ਜਾਣਕਾਰ ਹੈ ਉਹ ਕਹਿੰਦੇ ਆ ਕਿ ਪਿਛਲੇ 50 ਸਾਲਾਂ ਦੇ ਵਿੱਚ ਕੋਈ ਵੱਡਾ ਸ਼ਹਿਰ ਵਸਾਉਣ ਬਾਰੇ ਸਰਕਾਰ ਨੇ ਸੋਚਿਆ ਹੀ ਨਹੀਂ, ਕਿ ਜਿਹੜੇ ਆਲਰੇਡੀ ਸਿਟੀਜ਼ ਸੀ ਵੱਡੀਆਂ, ਉਹ ਚਾਹੇ ਮੋਹਾਲੀ ਹੋਵੇ, ਮੈਂ ਲੁਧਿਆਣਾ ਪਟਿਆਲੇ ਦਾ ਜ਼ਿਕਰ ਕਰ ਰਿਹਾ, ਉਹਨਾਂ ਦੇ ਉੱਤੇ ਹੀ ਫੋਕਸ ਹੁੰਦਾ ਰਿਹਾ, ਉਹਨਾਂ ਦੇ ਉੱਤੇ ਹੀ ਬਰਡਨ ਆਉਂਦਾ ਰਿਹਾ। ਤੁਹਾਨੂੰ ਲੱਗਦਾ ਕਿ ਇਸ ਦੇ ਉੱਪਰ ਗੌਰ ਕਰਨ ਦੀ ਜ਼ਰੂਰਤ ਹੈ, ਜਾਂ ਫਿਰ ਤੁਸੀਂ ਉਸ ਵਾਲੇ ਪਾਸੇ ਵੀ ਵਧੋਗੇ ਕਿ ਜਿਹੜੇ ਛੋਟੇ ਕਸਬੇ ਆ ਆਪਾਂ ਉਹਨਾਂ ਨੂੰ ਡਿਵੈਲਪ ਕਰ ਦਈਏ ਉਸ ਤਰੀਕੇ ਨਾਲ ਕਿ ਉਹ ਵੀ ਸਿਟੀਜ਼ ਵਾਲੇ ਪਾਸੇ ਪਹੁੰਚ ਜਾਣ? ਨਹੀਂ ਦੇਖੋ ਇਸ ਤਰ੍ਹਾਂ ਹੁੰਦਾ ਹੈ ਗੌਰਵ ਜੀ ਕਿ ਆਪਾਂ ਕਹੀਏ ਜਿਹੜੀ ਦੇਖੋ ਗਵਰਨੈਂਸ ਹੁੰਦੀ ਹੈ ਨਾ ਜੀ, ਜਾਂ ਜਿਹੜੀ ਲਿਵਿੰਗ ਹੁੰਦੀ ਹੈ, ਉਹ ਉਹਨੂੰ ਆਪਾਂ ਇੱਕ ਦਾਇਰੇ ਤੋਂ ਨਹੀਂ ਦੇਖ ਸਕਦੇ, ਉਹਨੂੰ ਹੋਲਿਸਟਿਕਲੀ ਤੁਸੀਂ ਪੂਰੀ ਪਿਕਚਰ ਦੇ ਵਿੱਚ ਦੇਖਣਾ ਪੈਂਦਾ ਹੈ। ਜੇ ਤਾਂ ਕੋਈ ਵਿਅਕਤੀ ਰੂਰਲ ਏਰੀਆਜ਼ ਦੇ ਵਿੱਚ ਜਾਂ ਸੈਮੀ ਅਰਬਨ ਏਰੀਆਜ਼ ਦੇ ਵਿੱਚ ਆਪਦੀ ਖੁਸ਼ੀ ਨਾਲ ਰਹੇ, ਦੈਟਸ ਅ ਸੈਪਰੇਟ ਇਸ਼ੂ। ਬਟ ਜੇ ਉੱਥੇ ਕੋਈ ਉੱਥੋਂ ਦੀਆਂ ਕੰਪਲਸ਼ਨਸ ਹੀ, ਉੱਥੇ ਦੇ ਹਾਲਾਤ ਹੀ ਇੰਨੇ ਮਾੜੇ ਹੋ ਚੁੱਕੇ ਕਿ ਬੰਦਾ ਮਜਬੂਰੀ ਬਸ, ਸਪੋਜ਼ ਆਈ ਗਿਵ ਯੂ 2 ਐਗਜ਼ਾਮਪਲਸ। ਹੁਣ ਜੇ ਆਪਾਂ ਅੱਜ ਮੁਹੱਲੇ ਦੀ ਗੱਲ ਕਰ ਲਈਏ, ਜਾਂ ਲੁਧਿਆਣੇ ਦੀ ਗੱਲ ਕਰ ਲਈਏ, ਜਲੰਧਰ ਦੀ ਗੱਲ ਕਰ ਲਈਏ, ਆਸੇ-ਪਾਸੇ ਦੇ ਏਰੀਆਜ਼ ਦੇ ਵਿੱਚੋਂ ਬਹੁਤ ਲੋਕਾਂ ਦਾ ਰੁਝਾਨ ਉਹਨਾਂ ਸ਼ਹਿਰਾਂ 'ਚ ਇਸ ਪਾਸੇ ਹੁੰਦਾ ਕਿਉਂਕਿ ਹੈਲਥ ਔਰ ਐਜੂਕੇਸ਼ਨ ਦੀਆਂ ਜਿਹੜੀਆਂ ਬੇਸਿਕ ਕਮਿਊਨਿਟੀਜ਼ ਨੇ ਉਹ ਵੀ ਨਹੀਂ ਮਿਲ ਪਾਉਂਦੀਆਂ ਹੈਗੀਆਂ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹਨਾਂ ਵੱਡੇ ਸ਼ਹਿਰ ਨੇ, ਮਹਾਨਗਰ ਨੇ ਜਿਹੜੇ, ਉਹ ਵਰਲਡ ਓਵਰ, ਆਪਾਂ ਇਕੱਲੇ ਪੰਜਾਬ ਦੀ ਗੱਲ ਕਿਉਂ ਕਰਦੇ ਹਾਂ, ਉਹ ਡਿਵੈਲਪ ਹੋ ਰਹੇ ਨੇ, ਉਹ ਵੱਧ ਰਹੇ ਨੇ, ਉਹ ਵੱਡੇ ਹੋ ਰਹੇ ਨੇ, ਉਹਨਾਂ ਦੇ ਉੱਪਰ ਪ੍ਰੈਸ਼ਰ ਵੀ ਵੱਧ ਰਿਹਾ ਹੈ। ਪਰ ਇਹ ਪ੍ਰੈਸ਼ਰ ਈਜ਼ ਆਊਟ ਉਦੋਂ ਹੋਊਗਾ ਜਦੋਂ ਜਿਹੜਾ ਤੁਸੀਂ ਸੈਮੀ ਅਰਬਨ ਜਾਂ ਰੂਰਲ ਏਰੀਆਜ਼ ਨੇ ਉੱਥੇ ਵੀ ਬੇਸਿਕ ਅਮਿਊਨਿਟੀਜ਼ ਨੇ ਜਿਹੜੀਆਂ ਉਹ ਦੇਣੀਆਂ ਸ਼ੁਰੂ ਕਰੋਗੇ। ਬਟ ਹਾਂ, ਡੈਫੀਨੇਟਲੀ ਯੈਸ, ਆਲ ਸਾਈਡ ਐਂਡ ਡਨ ਬਹੁਤ ਵੱਡੇ ਪੱਧਰ ਦੇ ਉੱਪਰ। ਔਰ ਅਰਬਨ ਡਿਵੈਲਪਮੈਂਟ ਦੇ ਵਿੱਚ ਇਹ ਵੀ ਨਹੀਂ ਹੁੰਦਾ ਹੈਗਾ ਕਿ ਜੀ ਤੁਸੀਂ ਇਕੱਲੀਆਂ ਕਲੋਨੀਆਂ ਕੱਟਤੀਆਂ ਜਾਂ ਤੁਸੀਂ 100 200 ਕਿੱਲਿਆਂ ਦੇ ਜਿਹੜੀਆਂ ਤੁਸੀਂ ਸਿਰਫ ਔਰ ਸਿਰਫ ਉਹਨਾਂ ਨੂੰ ਡਿਵੈਲਪ ਕਰਨ ਦੇ ਲਈ, ਹਾਊਸਿੰਗ ਦੇ ਲਈ ਤੁਸੀਂ ਦੇ ਦਿੱਤਾ। ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ, ਜਿਵੇਂ ਫੋਰ ਐਗਜ਼ਾਮਪਲ ਤੁਸੀਂ ਮੈਡੀ ਸਿਟੀ ਦੀ ਆਪਾਂ ਗੱਲ ਕਰ ਸਕਦੇ ਹਾਂ, ਆਪਾਂ ਤੁਹਾਡੇ ਫਿਲਮ ਸਿਟੀ ਨੂੰ, ਤੁਹਾਡੇ ਜੇ ਮੈਂ ਗੱਲ ਕਰ ਲਈ ਤੁਹਾਡੇ ਫੀਲਡ ਦੀ, ਜਿਹੜੇ ਬਹੁਤ ਸਾਰੇ ਪੰਜਾਬੀ ਕਲਚਰ ਹੈ, ਪੰਜਾਬੀ ਕਲਚਰ ਅੱਜ ਜਿੰਨੇ ਤੁਸੀਂ ਅਮਰੀਕਾ, ਕੈਨੇਡਾ, ਜਿੱਥੇ ਮਰਜ਼ੀ ਚਲੇ ਜਾਓ, ਉੱਥੇ ਦੇ ਪਬਸ ਔਰ ਕਲੱਬਸ ਦੇ ਵਿੱਚ ਪੰਜਾਬੀ ਗਾਣੇ ਚੱਲਦੇ ਨੇ, ਠੀਕ ਹੈ ਨਾ। ਤੁਸੀਂ ਫਿਲਮ ਸਿਟੀ ਇੱਥੇ ਕਿਉਂ ਨਹੀਂ ਡਿਵੈਲਪ ਹੋ ਸਕਦੀ ਹੈਗੀ? ਉਹ ਕਿੱਥੇ ਹੋਵੇ, ਕਿਸੇ ਨਾ ਕਿਸੇ ਵੱਡੇ ਸ਼ਹਿਰ। ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਕੰਮ ਹੋਣ ਵਾਲਾ ਪਿਆ। ਫਿਲਮ ਸਿਟੀ ਵਾਲਾ ਜਿਹੜਾ ਫਲਸਫਾ ਹੈ ਬਹੁਤ ਚਿਰਾਂ ਤੋਂ ਦਿੱਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ। ਕਈ ਸਰਕਾਰਾਂ ਜਿਹੜੀਆਂ ਨੇ ਉਹ ਪਹਿਲਾਂ ਆ ਕੇ ਦੇ ਚੁੱਕੀਆਂ ਨੇ, ਫਿਲਮ ਸਿਟੀ ਮੋਹਾਲੀ ਦੇ ਨੇੜੇ ਬਣਾ ਦੇਵਾਂਗੇ, ਜਗ੍ਹਾ ਵੀ ਜਿਹੜਾ ਹੈਗਾ ਡੀਮਾਰਕ ਕਰਨ ਦੀ ਅਨਾਉਂਸਮੈਂਟ ਹੋ ਜਾਂਦੀ ਹੈ, ਇਹ ਥਾਂ ਜਿਹੜੀ ਹੈਗੀ ਮਿਥਲੀ ਹੈ। ਆਮ ਆਦਮੀ ਪਾਰਟੀ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਸਰਕਾਰ ਵਿੱਚ ਆਏ ਤੁਸੀਂ, ਤੁਹਾਡੇ ਕੋਲ ਹੁਣ ਡਿਵੈਲਪਮੈਂਟ ਦਾ, ਅਰਬਨ ਡਿਵੈਲਪਮੈਂਟ ਦਾ ਮਹਿਕਮਾ ਵੀ ਆ ਗਿਆ। ਅਸੀਂ ਮੰਨੀਏ ਕਿ ਅਗਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਕੋਲ ਆਪਣੀ ਫਿਲਮ ਸਿਟੀ, ਡਿਵੈਲਪਡ ਫਿਲਮ ਸਿਟੀ ਕਾਗਜ਼ਾਂ ਦੇ ਵਿੱਚ ਡਿਵੈਲਪਡ ਹੋਏਗੀ। ਦੇਖੋ ਹੋਪ ਫॉर द बेस्ट, ਕੀਪਿੰਗ ਫਿੰਗਰਸ ਕ੍ਰੋਸਡ। ਕੋਈ ਵੀ ਚੀਜ਼ ਜਦੋਂ ਤੁਸੀਂ ਵੇਅਰ देयर इज विल देयर इज वे, ਜਹਾਂ ਚਾਹ ਵਹਾਂ ਰਾਹ। ਜੇ ਤੁਸੀਂ, ਮੈਂ ਮੰਨ ਕੇ ਚੱਲਦਾ ਕਿ ਐਂਟਰਟੇਨਮੈਂਟ ਹੈ ਜਿਹੜਾ, ਔਰ ਪੰਜਾਬੀ ਕਲਚਰ ਹੈ ਜਿਹੜਾ, ਜਾਂ ਪੰਜਾਬੀ ਆਰਟਿਸਟ ਨੇ ਸਾਡੇ, ਉਹ ਤਾਂ ਬਹੁਤ ਦੂਰ ਦੂਰ ਤੱਕ ਉਹਨਾਂ ਦਾ ਨਾਮ ਹੈ ਜਿਹੜਾ ਉਹ ਫੈਲਿਆ ਹੋਇਆ ਹੈ। ਸੋ ਮੈਂ ਸਮਝਦਾ ਕਿ ਇਹ ਵੀ, ਇਹਦੇ ਉੱਪਰ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਫੋਕਸ ਕਰਨ ਦੀ ਲੋੜ ਹੈ। ਔਰ ਹੋਪਫੁਲੀ ਯੈਸ, ਦਿਸ ਵਿਲ ਬਿਕਮ ਅ ਰਿਐਲਿਟੀ ਵੈਰੀ ਸੂਨ। ਅੱਛਾ, ਤੁਸੀਂ ਕਲੋਨੀਜ਼ ਦਾ ਜ਼ਿਕਰ ਕੀਤਾ ਸੀ। ਬਹੁਤ ਲੋਕ ਇਸ ਕਰਕੇ ਵੀ ਪਰੇਸ਼ਾਨ ਨੇ ਕਿ ਉਹਨਾਂ ਦੀਆਂ ਕਾਲੋਨੀਜ਼ ਜਦੋਂ ਕੱਟੀਆਂ ਗਈਆਂ, ਜਾਂ ਉਹਨਾਂ ਨੇ ਜਦੋਂ ਫਲੈਟ ਜਾਂ ਫਿਰ ਪਲਾਟ ਉੱਥੇ ਲਿਆ, ਤਾਂ ਉਸ ਸਮੇਂ ਵਾਅਦੇ ਕੁਝ ਹੋਰ ਸੀ, ਉਸ ਤੋਂ ਬਾਅਦ ਬਿਲਡਰ ਭੱਜ ਗਿਆ ਜਾਂ ਫਿਰ ਬਿਲਡਰ ਨੇ ਕੁਝ ਹੋਰ ਕਰ ਦਿੱਤਾ। ਤਾਂ ਲੱਗਦਾ ਕਿ ਉਸ ਦੇ ਉੱਪਰ ਬਹੁਤ ਫੋਕਸ ਕਰਨ ਦੀ ਜ਼ਰੂਰਤ ਹੈ, ਕਿਉਂਕਿ ਅਰੋੜਾ ਜੀ ਤੁਸੀਂ ਸਮਝਦੇ ਹੋਵੋਗੇ ਕਿ ਲੋਕਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਪੂੰਜੀ ਇਕੱਠੀ ਕਰਕੇ 30-35 ਲੱਖ ਦਾ ਕੋਈ ਫਲੈਟ ਲੈ ਲਿਆ ਹੁੰਦਾ, ਚੰਡੀਗੜ੍ਹ ਦੇ ਨੇੜੇ, ਪਟਿਆਲੇ ਦੇ ਨੇੜੇ, ਜਾਂ ਫਿਰ ਅੰਮ੍ਰਿਤਸਰ, ਲੁਧਿਆਣਾ, ਕਿਤੇ ਵੀ, ਕਿ ਉਹਨਾਂ ਦੇ ਉੱਤੇ ਫੋਕਸ ਕੀਤਾ ਜਾਵੇ। ਬਹੁਤ ਸਾਰੇ ਲੋਕਾਂ ਦੀਆਂ ਕੰਪਲੇਂਟਸ ਇਹੀ ਹੁੰਦੀਆਂ ਨੇ ਕਿ ਨਾ ਤਾਂ ਸਾਡੇ ਕੋਲ ਇੱਥੇ ਹੁਣ ਸਰਕਾਰ ਆ ਰਹੀ ਹੈ, ਜਿਹੜੇ ਕਲੋਨਾਈਜ਼ਰ ਨੇ ਉਹ ਹੈਂਡਓਵਰ ਨਹੀਂ ਕਰ ਰਹੇ ਪ੍ਰਸ਼ਾਸਨ ਨੂੰ, ਇਸ ਕਰਕੇ ਇੱਥੇ ਸਾਨੂੰ ਕੋਈ ਫੈਸਿਲਿਟੀਜ਼ ਨਹੀਂ ਮਿਲਦੀਆਂ। ਔਰ ਇਹਦੇ ਵਿੱਚ ਮੈਂ ਇੱਕ ਹੋਰ ਛੋਟਾ ਜਿਹਾ ਕੁਐਸਚਨ ਐਡ ਕਰ ਦੇਣਾ। ਲੋਕਾਂ ਦੇ ਜ਼ਿਹਨ ਵਿੱਚ ਇੱਕ ਇਮੇਜ ਬਣ ਜਾਂਦੀ ਹੈ ਕਿ ਬਿਲਡਰ ਜਿਹੜਾ ਸੀਗਾ ਉਸਨੇ ਸਰਕਾਰ ਨੂੰ ਪੈਸੇ ਦੇ ਦਿੱਤੇ ਹੋਣੇ, ਇਸ ਕਰਕੇ ਉਹ ਤਾਂ ਸੇਫ ਹੈਗਾ, ਸਾਨੂੰ ਕੁਝ ਲੱਭਦਾ ਨਹੀਂ। ਬੇਸਿਕਲੀ ਕਰਪਸ਼ਨ। ਮੈਂ ਉਸੇ ਗੱਲ ਤੇ ਆ ਰਿਹਾ ਕਿ ਇਹ ਦਿਸ ਰॉट ਸਟਾਰਟਸ ਫਰੋਮ ਦ ਟੌਪ। ਇਹ ਜਿਹੜਾ ਗੰਦਗੀ ਹੈ ਇਹ ਸਿਖਰ ਤੋਂ ਸ਼ੁਰੂ ਹੁੰਦੀ ਹੈ
ਤੇ ਨੀਚੇ ਤੱਕ ਪੈਨੇਟ੍ਰੇਟ ਹੁੰਦੀ ਹੈ। ਉੱਪਰ ਪੋਲੀਟੀਕਲ ਕਲਾਸ, ਫਿਰ ਬਿਊਰੋਕ੍ਰੇਸੀ, ਫਿਰ ਤੁਹਾਡੇ ਜਿਹੜੇ ਬਿਲਡਰਸ ਨੇ ਉਹ, ਤੇ ਉਹਦਾ ਜਿਹੜਾ ਉਹਦਾ ਭੁਗਤਾਨ ਹੈ ਉਹ ਆਮ ਵਿਅਕਤੀ ਨੂੰ ਕਰਨਾ ਪੈਂਦਾ, ਜਿਹੜੀ ਆਪਦੀ ਪੂੰਜੀ ਸਾਰੀ ਉਸ ਜਗ੍ਹਾ ਦੇ ਉੱਪਰ ਲਾਉਣਾ ਚਾਹੁੰਦਾ ਹੈ। ਬਿਲਕੁਲ। ਜਦੋਂ ਉੱਪਰੋਂ ਰੌਟ ਖਤਮ ਹੋ ਜਾਊਗਾ, ਝਾੜੂ ਨੇ ਜਦੋਂ ਉੱਪਰੋਂ ਸਫਾਈ ਕਰਤੀ ਸਾਰੀ, ਤੇ ਫਿਰ ਉਹ ਸਫਾਈ ਪ੍ਰੋਪਰ ਹੀ ਹੋਊਗੀ ਤੇ ਸਾਰੀ ਗੰਦਗੀ ਉੱਪਰ ਤੋਂ ਲੈ ਕੇ ਥੱਲੇ ਤੱਕ ਜਦੋਂ ਬਾਹਰ ਨਿਕਲ ਗਈ ਤੇ ਜਿਹੜੇ ਵਰਕਿੰਗ ਔਰ ਟਰਾਂਸਪੇਰੈਂਟ ਔਰ ਅਕਾਊਂਟੇਬਲ ਹੋਏਗੀ, ਤੇ ਫਿਰ ਇਹ ਚੀਜ਼ਾਂ ਵੀ ਅਲਟੀਮੇਟਲੀ ਖਤਮ ਹੋ ਜਾਣਗੀਆਂ।